ਅਕਾਲ ਜੀ, ਮੈਂ ਰਵਨੀਤ ਕੌਰ ਪੰਜਾਬ ਹੈਰੀਟੇਜ ਚੈਨਲ ਤੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਗੁੱਡ ਫਰਾਈਡੇ ਦੇ ਮੌਕੇ ਤੇ ਮੈਂ ਉਮੀਦ ਕਰਦੀ ਹਾਂ ਕਿ ਪ੍ਰਭੂ ਪਰਮਾਤਮਾ ਈਸ਼ਵਰ ਤੁਹਾਨੂੰ ਹਮੇਸ਼ਾ ਸੁਰੱਖਿਅਤ ਰੱਖੇ ਅਤੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਘਿਰੀ ਰਹੇ। ਗੁੱਡ ਫਰਾਈਡੇ ਈਸਾਈ ਧਰਮ ਦੇ ਲੋਕਾਂ ਦੁਆਰਾ ਮਨਾਇਆ ਜਾਣ ਵਾਲਾ ਤਿਉਹਾਰ ਹੈ, ਜਿਸ ਦੇ ਨਾਮ ਤੋਂ ਇਹ ਲੱਗਦਾ ਹੈ ਕਿ ਇਹ ਕੋਈ ਜਸ਼ਨ ਹੋਵੇਗਾ, ਪਰ ਅਜਿਹਾ ਨਹੀਂ ਹੈ। ਗੁੱਡ ਫਰਾਈਡੇ ਨੂੰ ਸ਼ੋਕ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਸਾਲ ਗੁੱਡ ਫਰਾਈਡੇ 7 ਅਪ੍ਰੈਲ ਨੂੰ ਯਾਨੀ ਕਿ ਅੱਜ ਹੈ। ਕਹਿੰਦੇ ਹਨ ਕਿ ਜਦੋਂ ਯਹੂਦੀ ਯਾਸਕਾਂ ਨੇ ਮਸੀਹ ਨੂੰ तमाम ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦੇ ਬਾਅਦ ਸੂਲੀ ਚੜਾਇਆ ਸੀ ਤਾਂ ਉਸ ਦਿਨ ਸ਼ੁੱਕਰਵਾਰ ਸੀ, ਕਿਉਂਕਿ ਮਸੀਹ ਨੇ ਮਨੁੱਖੀ ਜਾਤੀ ਲਈ ਹੱਸਦੇ ਹੱਸਦੇ ਆਪਣਾ ਜੀਵਨ ਕੁਰਬਾਨ ਕੀਤਾ। ਇਸ ਸ਼ੁੱਕਰਵਾਰ ਨੂੰ ਈਸਾਈ ਧਰਮ ਦੇ ਲੋਕ ਗੁੱਡ ਫਰਾਈਡੇ ਦੇ ਰੂਪ ਵਿੱਚ ਮਨਾਉਂਦੇ ਹਨ। ਆਓ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਅੰਤਰਰਾਸ਼ਟਰੀ ਖਬਰਾਂ ਬਾਰੇ। ਰਾਸ਼ਟਰਪਤੀ ਰੇਸਪ ਤਯੱਯਪ ਐਰਦੋਗਨ ਅੱਜ ਤੁਰਕੀ ਵਿੱਚ ਰਾਜਨੀਤੀ ਦਾ ਧੜਕਦਾ ਦਿਲ ਹੈ। 69 ਸਾਲਾਂ 1994 ਤੋਂ 1998 ਤੱਕ ਇਸਤਾਂਬੁਲ ਦੇ ਮੇਅਰ ਰਹੇ ਅਤੇ ਫਿਰ ਦੇਸ਼ ਵਿੱਚ ਉੱਚ ਅਹੁਦਿਆਂ ਤੇ ਪਹੁੰਚ ਗਏ। ਉਹਨਾਂ ਨੇ 2001 ਵਿੱਚ ਮੱਧਮ ਇਸਲਾਮਿਸਟ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ ਦੀ ਸਥਾਪਨਾ ਕੀਤੀ ਅਤੇ 1 ਸਾਲ ਬਾਅਦ ਇਸ ਦੀ ਅਗਵਾਈ ਕੀਤੀ। 2003 ਤੋਂ 2014 ਤੱਕ ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ, ਜਿਸ ਤੋਂ ਬਾਅਦ ਉਹ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਰਾਸ਼ਟਰਪਤੀ ਬਣੇ। ਉਹਨਾਂ ਨੂੰ ਤੁਰੰਤ ਰਾਸ਼ਟਰਪਤੀ ਦੀ ਸ਼ਕਤੀ ਨੂੰ ਵਧਾਉਣ ਬਾਰੇ ਤੈਅ ਕੀਤਾ ਅਤੇ 2017 ਵਿੱਚ ਉਹਨਾਂ ਨੇ ਸੋਧਾਂ ਦੀ ਇੱਕ ਲੜੀ ਨੂੰ ਸ਼ਾਮਿਲ ਕਰਨ ਲਈ ਇੱਕ ਜਨਮਤ ਸੰਗ੍ਰਹਿ ਦੀ ਵਰਤੋਂ ਕੀਤੀ, ਜਿਸ ਨੇ ਦਫ਼ਤਰ ਨੂੰ ਸੰਵਿਧਾਨ ਵਿੱਚ ਵਧੇਰੇ ਨਿਯੰਤਰਣ ਦਿੱਤਾ। ਤੁਰਕੀ ਦੀ ਰਾਜਨੀਤੀ, ਪ੍ਰਸ਼ਾਸਨ ਅਤੇ ਨਿਆਂਪਾਲਿਕਾ ਤੇ ਐਰਦੋਗਨ ਦਾ ਨਿਯੰਤਰਣ ਪਿਛਲੇ 100 ਸਾਲਾਂ ਦੇ ਕਿਸੇ ਹੋਰ ਤੁਰਕੀ ਨੇਤਾ ਦੇ ਬਰਾਬਰ ਨਹੀਂ ਹੈ। ਇੱਥੋਂ ਤੱਕ ਕਿ 2012 ਵਿੱਚ ਉਹਨਾਂ ਨੇ ਸ਼ਕਤੀਆਂ ਦੇ ਵੇਖ ਹੋਣ ਨੂੰ ਇੱਕ ਰੁਕਾਵਟ ਦੱਸਿਆ। ਹਾਲਾਂਕਿ ਮੌਜੂਦਾ ਰਾਸ਼ਟਰਪਤੀ ਹੁਣ ਦੇਸ਼ ਦੇ ਚੱਲ ਰਹੇ ਆਰਥਿਕ ਸੰਕਟ ਅਤੇ ਹਾਲ ਹੀ ਦੇ ਸਾਲਾਂ ਵਿੱਚ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨਾਂ ਤੇ ਵੱਧਦੀਆਂ ਪਾਬੰਦੀਆਂ ਕਾਰਨ ਕਾਫੀ ਦਬਾਅ ਹੇਠ ਹਨ। ਉਹਨਾਂ ਦੀ AKP ਪਾਰਟੀ ਵਰਤਮਾਨ ਵਿੱਚ ਅੱਤ ਰਾਸ਼ਟਰਵਾਦੀ ਨੈਸ਼ਨਲਿਸਟ ਮੂਵਮੈਂਟ ਪਾਰਟੀ ਨਾਲ ਗੱਠਜੋੜ ਦਾ ਹਿੱਸਾ ਹੈ। IMF ਮੁਖੀ ਦਾ ਕਹਿਣਾ ਹੈ ਕਿ 2023 ਵਿੱਚ ਵਿਸ਼ਵ ਆਰਥਿਕ ਵਿਕਾਸ ਵਿੱਚ ਭਾਰਤ ਅਤੇ ਚੀਨ ਦਾ ਹਿੱਸਾ ਅੱਧਾ ਹੋਵੇਗਾ। IMF ਦੇ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ਵ ਅਰਥ ਵਿਵਸਥਾ ਦੇ ਇਸ ਸਾਲ 3% ਤੋਂ ਘੱਟ ਦੀ ਦਰ ਨਾਲ ਵਧਣ ਦੀ ਉਮੀਦ ਹੈ। ਭਾਰਤ ਅਤੇ ਚੀਨ ਦੇ 2023 ਵਿੱਚ ਵਿਸ਼ਵ ਵਿਕਾਸ ਦੇ ਅੱਗੇ ਹਿੱਸੇ ਦੀ ਉਮੀਦ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲਿਨਾ ਜਾਰਜੀਵਾ ਨੇ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਾਲ ਭਿਆਨਕ ਮਹਾਮਾਰੀ ਅਤੇ ਰੂਸ ਦੇ ਯੂਕਰੇਨ ਉੱਤੇ ਫੌਜੀ ਹਮਲੇ ਤੋਂ ਬਾਅਦ ਵਿਸ਼ਵ ਆਰਥਿਕਤਾ ਵਿੱਚ ਤਿੱਖੀ ਮੰਦੀ ਇਸ ਸਾਲ ਜਾਰੀ ਰਹੇਗੀ। ਧੀਮੀ ਆਰਥਿਕ ਗਤੀਵਿਧੀ ਦੀ ਮਿਆਦ ਲੰਮੀ ਹੋਵੇਗੀ, ਅਗਲੇ 5 ਸਾਲਾਂ ਵਿੱਚ 3% ਤੋਂ ਘੱਟ ਵਾਧਾ ਦਰਸਾਏਗੀ। ਸਾਡੀ 1990 ਤੋਂ ਬਾਅਦ ਦੀ ਸਭ ਤੋਂ ਘੱਟ ਮੱਧਮ ਮਿਆਦੀ ਵਿਕਾਸ ਦਰ ਪੂਰਵ ਅਨੁਮਾਨ ਅਤੇ ਪਿਛਲੇ 2 ਦਹਾਕਿਆਂ ਤੋਂ 3.8% ਦੀ ਔਸਤ ਤੋਂ ਬਹੁਤ ਘੱਟ ਹੈ। ਉਹ ਕਹਿੰਦੇ ਹਨ ਕਿ ਕੁਝ ਗਤੀ ਉਭਰਦੀਆਂ ਅਰਥ ਵਿਵਸਥਾਵਾਂ ਤੋਂ ਆਉਂਦੀ ਹੈ। ਏਸ਼ੀਆ ਖਾਸ ਤੌਰ ਤੇ ਇੱਕ ਚਮਕਦਾਰ ਸਥਾਨ ਹੈ। ਉਹਨਾਂ ਨੇ ਕਿਹਾ ਕਿ 2023 ਵਿੱਚ ਭਾਰਤ ਅਤੇ ਚੀਨ ਦੀ ਵਿਸ਼ਵ ਵਿਕਾਸ ਦਰ ਦਾ ਅੱਧਾ ਹਿੱਸਾ ਹੋਣ ਦੀ ਉਮੀਦ ਹੈ, ਪਰ ਹੋਰਾਂ ਨੂੰ ਇੱਕ ਉੱਚੀ ਚੜ੍ਹਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਰਜੀਵਾ ਨੇ ਕਿਹਾ, 2021 ਵਿੱਚ ਮਜ਼ਬੂਤ ਰਿਕਵਰੀ ਤੋਂ ਬਾਅਦ ਯੂਕਰੇਨ ਵਿੱਚ ਰੂਸ ਦੀ ਜੰਗ ਦਾ ਗੰਭੀਰ ਝਟਕਾ ਅਤੇ ਇਸ ਦੇ ਵਿਆਪਕ ਨਤੀਜੇ 2022 ਵਿੱਚ ਵਿਸ਼ਵ ਵਿਕਾਸ ਲਗਭਗ ਅੱਧਾ ਰਹਿ ਗਿਆ, 6.1 ਤੋਂ 3.4% ਤੱਕ। ਜਾਰਜੀਵਾ ਨੇ ਇਹ ਵੀ ਕਿਹਾ ਕਿ ਹੌਲੀ ਵਾਧਾ ਇੱਕ ਗੰਭੀਰ ਝਟਕਾ ਹੋਵੇਗਾ, ਜਿਸ ਨਾਲ ਘੱਟ ਆਮਦਨੀ ਵਾਲੇ ਦੇਸ਼ਾਂ ਲਈ ਇਸ ਨੂੰ ਫੜਨਾ ਹੋਰ ਵੀ ਔਖਾ ਹੋ ਜਾਵੇਗਾ। ਗਰੀਬੀ ਅਤੇ ਭੁੱਖ ਹੋਰ ਵੱਧ ਸਕਦੀ ਹੈ। ਇੱਕ ਖਤਰਨਾਕ ਰੁਝਾਨ ਜੋ ਕੋਵਿਡ ਸੰਕਟ ਦੁਆਰਾ ਸ਼ੁਰੂ ਕੀਤਾ ਗਿਆ ਸੀ। ਉਸ ਦੀਆਂ ਟਿੱਪਣੀਆਂ IMF ਅਤੇ ਵਿਸ਼ਵ ਬੈਂਕ ਦੀਆਂ ਅਗਲੇ ਹਫ਼ਤੇ ਹੋਣ ਵਾਲੀਆਂ ਬਸੰਤ ਮੀਟਿੰਗਾਂ ਤੋਂ ਪਹਿਲਾਂ ਆਈਆਂ ਹਨ, ਜਿੱਥੇ ਨੀਤੀ ਨਿਰਮਾਤਾ ਵਿਸ਼ਵ ਅਰਥਚਾਰੇ ਦੇ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ਤੇ ਚਰਚਾ ਕਰਨ ਲਈ ਇਕੱਠੇ ਹੋਣਗੇ। ਸਾਲਾਨਾ ਇਕੱਤਰਤਾ ਉਦੋਂ ਹੋਵੇਗੀ ਕਿਉਂਕਿ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਦਰਾਂ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਨੂੰ ਵਧਾਉਣਾ ਜਾਰੀ ਰੱਖਿਆ ਹੈ। ਜਾਰਜੀਵਾ ਨੇ ਅੱਗੇ ਇਹ ਕਿਹਾ ਕਿ ਜਦੋਂ ਕਿ 2008 ਦੇ ਵਿੱਤੀ ਸੰਕਟ ਤੋਂ ਬਾਅਦ ਗਲੋਬਲ ਬੈਂਕਿੰਗ ਪ੍ਰਣਾਲੀ ਲੰਬਾ ਸਫ਼ਰ ਕਰ ਚੁੱਕੀ ਹੈ, ਨਿਰਭਰਤਾਵਾਂ ਬਾਰੇ ਚਿੰਤਾਵਾਂ ਰਹਿੰਦੀਆਂ ਹਨ, ਜੋ ਨਾ ਸਿਰਫ ਬੈਂਕਾਂ ਵਿੱਚੋਂ ਸਗੋਂ ਗੈਰ ਬੈਂਕਾਂ ਵਿੱਚ ਵੀ ਲੁਕੀਆਂ ਹੋ ਸਕਦੀਆਂ ਹਨ। ਹੁਣ ਸੰਤੁਸ਼ਟੀ ਦਾ ਸਮਾਂ ਨਹੀਂ ਹੈ। ਆਫਿਸ ਆਫ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦੇ ਡਾਇਰੈਕਟਰ ਡਾਕਟਰ ਰਾਹੁਲ ਗੁਪਤਾ ਨੇ ਕਿਹਾ ਕਿ ਭਾਰਤ ਅਮਰੀਕਾ ਫੈਂਟਾਨਿਲ ਚੁਣੌਤੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਨ। ਬ੍ਰਿਟੇਨ ਪ੍ਰਸ਼ਾਸਨ ਦੀ ਇੱਕ ਚੋਟੀ ਦੇ ਸਿਹਤ ਅਧਿਕਾਰੀ ਨੇ ਕਿਹਾ ਕਿ ਫੈਂਟਾਨਿਲ ਡਰੱਗਸ ਦੁਆਰਾ ਦਰਪੇਸ਼ ਵੱਡੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਇੱਕ ਮਜ਼ਬੂਤ ਕਾਰਜਸ਼ੀਲ ਸੰਬੰਧ ਸਾਂਝੇ ਕਰਦੇ ਹਨ।
ਫੈਂਟਾਨਿਲ ਇੱਕ ਬਹੁਤ ਹੀ ਸ਼ਕਤੀਸ਼ਾਲੀ ਸਿੰਥੈਟਿਕ ਓਪੀਓਇਡ ਹੈ ਜੋ ਮੁੱਖ ਤੌਰ ਤੇ ਇੱਕ ਐਨਾਲਜਿਕ ਵਜੋਂ ਵਰਤਿਆ ਜਾਂਦਾ ਹੈ। 2018 ਤੋਂ ਲੈ ਕੇ ਫੈਂਟਾਨਿਲ ਅਤੇ ਇਸ ਦੇ ਐਨਾਲੋਗ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਲਈ ਵੀ ਜ਼ਿੰਮੇਵਾਰ ਹਨ, ਜਿਸ ਨਾਲ 2021 ਵਿੱਚ 71,238 ਤੋਂ ਵੱਧ ਮੌਤਾਂ ਹੋਈਆਂ। ਬਿਡੇਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਨੌਜਵਾਨਾਂ ਨੂੰ ਫੈਂਟਾਨਿਲ ਦੇ ਖਤਰਿਆਂ ਅਤੇ ਨਲੋਕਸੋਨ ਦੇ ਜੀਵਕ ਰੱਖਿਅਕ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ। ਇੱਕ ਦਵਾਈ ਜੋ ਓਪੀਓਇਡ ਸੰਬੰਧਤ ਓਵਰਡੋਜ਼ ਨੂੰ ਉਲਟਾਉਂਦੀ ਹੈ। ਭਾਰਤ ਇਸ ਨੂੰ ਹੱਲ ਕਰਨ ਲਈ ਸੰਯੁਕਤ ਰਾਜ ਅਮਰੀਕਾ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ, ਕਿਉਂਕਿ ਇਹ ਲੀਡਰਸ਼ਿਪ ਦੇ ਵਿਸ਼ਵ ਪੱਧਰ ਤੇ ਮਹੱਤਵ ਨੂੰ ਸਮਝਦਾ ਹੈ। ਡਾਕਟਰ ਰਾਹੁਲ ਗੁਪਤਾ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦੇ ਦਫ਼ਤਰ ਦੇ ਡਾਇਰੈਕਟਰ, ਇੱਕ ਸਥਿਤੀ ਜੋ ਪ੍ਰਸਿੱਧ ਹੈ। ਉਹਨਾਂ ਨੇ ਕਿਹਾ ਕਿ ਜਦੋਂ ਸਿੰਥੈਟਿਕ ਡਰੱਗਸ ਦੇ ਖਤਰੇ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਭਾਰਤ ਇੱਕ ਵਿਸ਼ਵ ਨੇਤਾ ਵਾਂਗ ਕੰਮ ਕਰ ਰਿਹਾ ਹੈ। ਇਸ ਦੇ ਸੰਯੁਕਤ ਰਾਜ ਅਤੇ ਭਾਰਤ ਵਿਚਕਾਰ ਇੱਕ ਮਜ਼ਬੂਤ ਕੰਮਕਾਜੀ ਰਿਸ਼ਤਾ ਹੈ, ਕਿਉਂਕਿ ਇਹ ਲੀਡਰਸ਼ਿਪ ਦੇ ਵਿਸ਼ਵ ਪੱਧਰ ਤੇ ਮਹੱਤਵ ਨੂੰ ਸਮਝਦਾ ਹੈ। ਡਾਕਟਰ ਗੁਪਤਾ ਨੇ ਕਿਹਾ, ਜੋ ਬਿਡੇਨ ਪ੍ਰਸ਼ਾਸਨ ਵਿੱਚ ਸਭ ਤੋਂ ਉੱਚੇ ਦਰਜੇ ਦੇ ਭਾਰਤੀ ਅਮਰੀਕੀਆਂ ਵਿੱਚੋਂ ਇੱਕ ਹੈ। ਇੱਥੇ ਬਹੁਤ ਸਾਰਾ ਕੰਮ ਚੱਲ ਰਿਹਾ ਹੈ, ਜਿਸ ਵਿੱਚ ਸਿੰਥੈਟਿਕ ਦਵਾਈਆਂ ਦੇ ਆਲੇ ਦੁਆਲੇ ਕੰਮਕਾਜੀ ਸੰਬੰਧਾਂ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਫਾਰਮਾਸਿਊਟੀਕਲ ਖੇਤਰ ਸ਼ਾਮਲ ਹਨ। ਅਸੀਂ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਅਸੀਂ ਆਪਣੇ ਦੁਵੱਲੇ ਸੰਬੰਧਾਂ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਮਜ਼ਬੂਤ ਕਰਨ ਦੀ ਉਮੀਦ ਕਰ ਰਹੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਭਾਰਤ ਇਸ ਖੇਤਰ ਵਿੱਚ ਇੱਕ ਗਲੋਬਲ ਲੀਡਰ ਦੀ ਭੂਮਿਕਾ ਨਿਭਾ ਸਕਦਾ ਹੈ ਅਤੇ ਕਰੇਗਾ ਅਤੇ ਨਿਭਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸੰਯੁਕਤ ਰਾਜ ਅਤੇ ਭਾਰਤ ਦੀਆਂ ਸਰਕਾਰਾਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਹਨ ਕਿ ਦੋਵੇਂ ਆਪਣੀਆਂ ਸਮਾਂ ਸਾਰਣੀ ਪ੍ਰਣਾਲੀਆਂ ਨੂੰ ਦੇਖ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਸਾਡੇ ਲਈ ਇਹ ਸੱਚਮੁੱਚ ਮਹੱਤਵਪੂਰਨ ਹੈ ਕਿ ਅਸੀਂ ਨੌਜਵਾਨਾਂ ਨੂੰ ਦੱਸੀਏ ਕਿ ਤੁਸੀਂ ਤਾਕਤਵਰ ਹੋ ਅਤੇ ਤੁਹਾਡੇ ਕੋਲ ਹੋਰ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਨਲੋਕਸੋਨ ਨੂੰ ਆਪਣੇ ਨਾਲ ਲੈ ਜਾਣ ਦੀ ਸਮਰੱਥਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਅਗਲੀ ਵਾਰ ਕੌਣ ਜ਼ਹਿਰੀਲੇਪਣ ਵਿੱਚੋਂ ਲੰਘ ਰਿਹਾ ਹੈ। ਅਸੀਂ ਸੋਸ਼ਲ ਮੀਡੀਆ ਦੇ ਕੰਮ ਅਤੇ ਮੈਸੇਂਜਰਾਂ, ਡਿਜੀਟਲ ਵਿਗਿਆਪਨਾਂ ਨੂੰ ਵੀ ਜੋੜ ਰਹੇ ਹਾਂ, ਜੋ ਕੁਝ ਰਾਜਾਂ ਵਿੱਚ ਸਬਵੇ ਸਟੇਸ਼ਨਾਂ, ਕਾਲਜ, ਮਾਲਾਂ, ਕਰਿਆਨੇ ਦੀਆਂ ਦੁਕਾਨਾਂ ਵਰਗੇ ਸਥਾਨਾਂ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਨੌਜਵਾਨਾਂ ਨੂੰ ਮਿਲਦੇ ਹਾਂ ਜਿੱਥੇ ਉਹ ਹਨ ਅਤੇ ਇਸ ਮਹੱਤਵਪੂਰਨ ਸੰਦੇਸ਼ ਨੂੰ ਸਾਂਝਾ ਕਰਦੇ ਹਨ, ਜੋ ਅਕਸਰ ਸੰਭਾਵੀ ਤੌਰ ਤੇ ਜੀਵਨ ਬਚਾਉਣ ਵਾਲਾ ਹੋ ਸਕਦਾ ਹੈ। ਇਹ ਇੱਕ ਚੁਣੌਤੀ ਹੈ, ਸਾਰੇ ਭਾਈਚਾਰਿਆਂ ਵਿੱਚ ਪ੍ਰਚਲਿਤ ਹੈ ਅਤੇ ਮੈਂ ਇਸ ਨੂੰ ਭਾਰਤੀ ਅਮਰੀਕੀ ਭਾਈਚਾਰੇ ਵਿੱਚ ਦੇਖਿਆ ਹੈ ਕਿ ਇਸ ਨੇ ਟੋਲ ਲਿਆ ਹੈ ਕਿ ਛੋਟੇ ਬੱਚਿਆਂ ਦੇ ਨਾਲ-ਨਾਲ ਨੌਜਵਾਨ ਬਾਲਗਾਂ ਦੀ ਜਾਨ ਵੀ ਲਈ ਜਾ ਸਕਦੀ ਹੈ। ਇਸ ਲਈ ਇਹ ਸੱਚਮੁੱਚ ਮਹੱਤਵਪੂਰਨ ਹੈ ਕਿ ਅਸੀਂ ਇਸ ਸੰਦੇਸ਼ ਨੂੰ ਫੈਲਾਈਏ। WHO ਦੇ ਮੁਖੀ ਦਾ ਕਹਿਣਾ ਹੈ ਕਿ ਕੋਵਿਡ-19 ਦੀ ਸ਼ੁਰੂਆਤ ਨੂੰ ਸਮਝਣ ਦੀ ਕੁੰਜੀ ਚੀਨ ਕੋਲ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਵੀਰਵਾਰ ਨੂੰ ਚੀਨ ਤੇ ਕੋਵਿਡ-19 ਦੀ ਉਤਪਤੀ ਬਾਰੇ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਦਬਾਅ ਪਾਇਆ ਅਤੇ ਕਿਹਾ ਕਿ ਜਦੋਂ ਤੱਕ ਅਜਿਹਾ ਨਹੀਂ ਹੋਇਆ, ਉਦੋਂ ਤੱਕ ਸਾਰੀਆਂ ਧਾਰਨਾਵਾਂ ਟੇਬਲ ਤੇ ਹੀ ਰਹਿੰਦੀਆਂ ਹਨ। ਵਾਇਰਸ ਦੇ ਪਹਿਲੀ ਵਾਰ ਸਾਹਮਣੇ ਆਉਣ ਤੋਂ 3 ਸਾਲਾਂ ਤੋਂ ਵੱਧ ਸਮੇਂ ਬਾਅਦ ਵਾਇਰਸ ਦੀ ਉਤਪਤੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ ਅਡਾਨੋਮ ਗੇਬ੍ਰੇਯਸ ਨੇ ਕਿਹਾ, ਚੀਨ ਕੋਲ ਮੌਜੂਦ ਜਾਣਕਾਰੀ ਤੱਕ ਪੂਰੀ ਪਹੁੰਚ ਤੋਂ ਬਿਨਾਂ ਤੁਸੀਂ ਇਹ ਜਾਂ ਉਹ ਨਹੀਂ ਕਹਿ ਸਕਦੇ। ਸਾਰੀਆਂ ਧਾਰਨਾਵਾਂ ਮੇਜ਼ ਤੇ ਹਨ। ਇਹ WHO ਦੀ ਸਥਿਤੀ ਹੈ ਅਤੇ ਇਸ ਲਈ ਅਸੀਂ ਚੀਨ ਨੂੰ ਇਸ ਦੇ ਸਹਿਯੋਗ ਕਰਨ ਲਈ ਕਹਿ ਰਹੇ ਹਾਂ। ਜੇ ਉਹ ਅਜਿਹਾ ਕਰਨਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਕੀ ਹੋਇਆ ਜਾਂ ਇਹ ਕਿਵੇਂ ਸ਼ੁਰੂ ਹੋਇਆ। ਵਾਇਰਸ ਦੀ ਪਹਿਲੀ ਵਾਰ ਦਸੰਬਰ 2019 ਵਿੱਚ ਚੀਨੀ ਸ਼ਹਿਰ ਵੁਹਾਨ ਵਿੱਚ ਪਛਾਣ ਕੀਤੀ ਗਈ ਸੀ, ਜਿਸ ਵਿੱਚ ਬਹੁਤ ਸਾਰੇ ਲੋਕਾਂ ਦੇ ਲਾਈਵ ਜਾਨਵਰਾਂ ਦੇ ਬਾਜ਼ਾਰ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। ਇਸ ਤੋਂ ਪਹਿਲਾਂ ਕਿ ਦੁਨੀਆ ਭਰ ਵਿੱਚ ਫੈਲਿਆ ਅਤੇ ਅੱਜ ਤੱਕ ਲਗਭਗ 7 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਅੰਤਰਰਾਸ਼ਟਰੀ ਖੋਜਕਰਤਾਵਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਦਾ ਡੇਟਾ ਚੀਨੀ ਵਿਗਿਆਨੀਆਂ ਦੁਆਰਾ ਸੰਖੇਪ ਵਿੱਚ ਇੱਕ ਡੇਟਾਬੇਸ ਵਿੱਚ ਅਪਲੋਡ ਕੀਤਾ ਗਿਆ ਹੈ। ਇਸ ਦੇ ਮੂਲ ਬਾਰੇ ਜਾਣਕਾਰੀ ਦਿੰਦੇ ਹਾਂ, ਜਿਸ ਵਿੱਚ ਮਨੁੱਖਾਂ ਤੱਕ ਪਹੁੰਚਣ ਵਾਲੇ ਕਰੋਨਾ ਵਾਇਰਸ ਵਿੱਚ ਰੈਕੂਨ ਕੁੱਤਿਆਂ ਦੀ ਭੂਮਿਕਾ ਦਾ ਸੁਝਾਅ ਵੀ ਸ਼ਾਮਲ ਹੈ। WHO ਦੀ ਡਾਕਟਰ ਮਾਰੀਆ ਵੈਨ ਕੇਰਖੌਫ ਕੋਵਿਡ-19 ਲਈ ਤਕਨੀਕੀ ਅਗਵਾਈ ਨੇ ਕਿਹਾ ਕਿ ਨਵੀਨਤਮ ਚੀਨੀ ਜਾਣਕਾਰੀ ਨੇ ਮੂਲ ਬਾਰੇ ਕੁਝ ਸੁਰਾਗ ਪੇਸ਼ ਕੀਤੇ, ਪਰ ਕੋਈ ਜਵਾਬ ਨਹੀਂ। ਉਹਨਾਂ ਕਿਹਾ ਕਿ WHO ਹੁਣ ਵਿਗਿਆਨੀਆਂ ਨਾਲ 2019 ਦੇ ਸ਼ੁਰੂਆਤੀ ਮਾਮਲਿਆਂ ਬਾਰੇ ਹੋਰ ਜਾਣਨ ਲਈ ਕੰਮ ਕਰ ਰਿਹਾ ਹੈ, ਜਿਵੇਂ ਸੰਕਰਮਿਤ ਲੋਕਾਂ ਦਾ ਠਿਕਾਣਾ। ਉਸਨੇ ਅੱਗੇ ਕਿਹਾ ਕਿ WHO ਅਜੇ ਵੀ ਨਹੀਂ ਜਾਣਦਾ ਸੀ ਕਿ ਚੀਨ ਵਿੱਚ ਲੋੜੀਂਦੀ ਖੋਜ ਕੀਤੀ ਗਈ ਸੀ ਜਾਂ ਨਹੀਂ। WHO ਨੇ ਸੰਯੁਕਤ ਰਾਜ ਤੋਂ ਅਸਲ ਡੇਟਾ ਲਈ ਵੀ ਕਿਹਾ, ਜੋ US ਊਰਜਾ ਵਿਭਾਗ ਦੁਆਰਾ ਇੱਕ ਤਾਜ਼ਾ ਅਧਿਐਨ ਨੂੰ ਦਰਸਾਉਂਦਾ ਹੈ।
ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਚੀਨ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਲੀਕ ਹੋਣ ਦੀ ਸੰਭਾਵਨਾ ਸੀ। WHO ਨੇ ਸੰਯੁਕਤ ਰਾਸ਼ਟਰ ਤੋਂ ਅਸਲ ਡੇਟਾ ਲਈ ਵੀ ਕਿਹਾ ਹੈ, ਜੋ US ਊਰਜਾ ਵਿਭਾਗ ਦੁਆਰਾ ਇੱਕ ਤਾਜ਼ਾ ਅਧਿਐਨ ਨੂੰ ਦਰਸਾਉਂਦਾ ਹੈ, ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਚੀਨ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਲੀਕ ਹੋਣ ਦੀ ਸੰਭਾਵਨਾ ਸੀ। ਇਜ਼ਰਾਈਲ ਨੇ ਲੇਬਨਾਨ ਅਤੇ ਗਾਜ਼ਾ ਵਿੱਚ ਸਰਹੱਦ ਪਾਰ ਰਾਕੇਟ ਦਾਗੇ ਜਾਣ ਤੋਂ ਬਾਅਦ ਹਮਲੇ ਕੀਤੇ। ਇਜ਼ਰਾਈਲ ਡਿਫੈਂਸ ਫੋਰਸਿਸ ਦੇ ਅਨੁਸਾਰ ਦੱਖਣੀ ਲੈਬਨਾਨ ਵਿੱਚ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਟਿਕਾਣਿਆਂ ਤੇ ਹਮਲਾ ਕੀਤਾ ਅਤੇ ਗਾਜ਼ਾ ਵਿੱਚ ਸ਼ੁੱਕਰਵਾਰ ਤੜਕੇ ਜਵਾਬੀ ਹਵਾਈ ਹਮਲੇ ਸ਼ੁਰੂ ਕੀਤੇ। ਅਲ ਮਨਾਰ ਨਿਊਜ਼ ਆਊਟਲੈਟ ਲੈਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਦੁਆਰਾ ਸਮਰਥ ਨੇ ਦੱਸਿਆ ਕਿ 3 ਇਜ਼ਰਾਈਲੀ ਹਮਲੇ ਟਾਇਰ ਖੇਤਰ ਵਿੱਚ ਇੱਕ ਖੁੱਲ੍ਹੇ ਖੇਤਰ ਨੂੰ ਮਾਰਿਆ ਗਿਆ ਸੀ ਅਤੇ ਇਜ਼ਰਾਈਲੀ ਜੈਟ ਲੈਬਨਾਨੀ ਹਵਾਈ ਖੇਤਰ ਨੂੰ ਛੱਡ ਗਏ ਪ੍ਰਤੀਤ ਹੁੰਦੇ ਹਨ। ਇਹ ਲਾਂਚਿੰਗ ਲੈਬਨਾਨ ਤੋਂ ਇਜ਼ਰਾਈਲ ਦੇ ਖੇਤਰ ਵਿੱਚ ਦਰਜਨਾਂ ਰਾਕੇਟ ਦਾਗੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ ਹੈ। ਇਜ਼ਰਾਈਲੀ ਫੌਜ ਨੇ ਫਲਸਤੀਨੀ ਅੱਤਵਾਦੀ ਤੇ ਦੋਸ਼ ਲਗਾਇਆ ਸੀ। IDF ਨੇ ਇੱਕ ਬਿਆਨ ਵਿੱਚ ਕਿਹਾ, IDF ਹਮਾਸ ਅੱਤਵਾਦੀ ਸੰਗਠਨ ਨੂੰ ਲੈਬਨਾਨ ਦੇ ਅੰਦਰੋਂ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਲੈਬਨਾਨ ਰਾਜ ਨੂੰ ਆਪਣੇ ਖੇਤਰ ਵਿੱਚੋਂ ਨਿਕਲਣ ਵਾਲੀ ਹਰ ਨਿਰਦੇਸ਼ਿਤ ਅੱਗ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। ਹਮਾਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਜਵਾਬ ਦਿੱਤਾ, ਹਮਲਿਆਂ ਦੀ ਨਿੰਦਾ ਕੀਤੀ ਅਤੇ ਲੈਬਨਾਨੀ ਲੋਕਾਂ ਨਾਲ ਏਕਤਾ ਪ੍ਰਗਟ ਕੀਤੀ। ਇੱਕ ਵੱਖਰੇ ਬਿਆਨ ਵਿੱਚ ਇਸਨੇ ਗਾਜ਼ਾ ਪੱਟੀ ਉੱਤੇ ਇਜ਼ਰਾਈਲ ਦੇ ਹਮਲਿਆਂ ਦੀ ਵੀ ਨਿੰਦਾ ਕੀਤੀ। ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਗਾਜ਼ਾ ਸ਼ਹਿਰ ਵਿੱਚ ਇੱਕ ਬੱਚਿਆਂ ਦਾ ਹਸਪਤਾਲ ਇਜ਼ਰਾਈਲੀ ਹਮਲਿਆਂ ਨਾਲ ਪ੍ਰਭਾਵਿਤ ਹੋਇਆ ਅਤੇ ਨੁਕਸਾਨਿਆ ਗਿਆ, ਜਿਸ ਨਾਲ ਨੌਜਵਾਨ ਮਰੀਜ਼ਾਂ ਨੂੰ ਅੰਦਰੋਂ ਪਰੇਸ਼ਾਨ ਕੀਤਾ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿਹਤ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਹ ਅਸਵੀਕਾਰਨਯੋਗ ਹੈ। IDF ਨੇ ਬਿਆਨਾਂ ਦੀ ਇੱਕ ਲੜੀ ਵਿੱਚ ਇਹ ਵੀ ਕਿਹਾ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਹਮਾਸ ਦੇ ਕਈ ਹਥਿਆਰਾਂ ਦੇ ਨਿਰਮਾਣ ਸਥਾਨਾਂ, ਇੱਕ ਭੂਮੀਗਤ ਹਥਿਆਰਾਂ ਦੇ ਕੰਪਲੈਕਸ ਅਤੇ ਬੀਤ ਹਾਨੂਨ ਅਤੇ ਖਾਨ ਯੂਨਿਸ ਵਿੱਚ ਅੱਤਵਾਦੀ ਸੁਰੰਗਾਂ ਤੇ ਹਮਲਾ ਕੀਤਾ। IDF ਨੇ ਬਿਆਨ ਦੀ ਇੱਕ ਲੜੀ ਵਿੱਚ ਕਿਹਾ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਹਮਾਸ ਦੇ ਕਈ ਹਥਿਆਰਾਂ ਦੇ ਨਿਰਮਾਣ ਸਥਾਨਾਂ, ਇੱਕ ਭੂਮੀਗਤ ਹਥਿਆਰਾਂ ਦੇ ਕੰਪਲੈਕਸ ਅਤੇ ਬੀਤ ਹਾਨੂਨ ਅਤੇ ਖਾਨ ਯੂਨਿਸ ਵਿੱਚ ਅੱਤਵਾਦੀ ਸੁਰੰਗਾਂ ਤੇ ਹਮਲਾ ਕੀਤਾ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ IDF ਡਰੋਨ ਨੇ ਉੱਤਰੀ ਗਾਜ਼ਾ ਵਿੱਚ ਇੱਕ ਭਾਰੀ ਮਸ਼ੀਨ ਗਨ ਨੂੰ ਵੀ ਮਾਰਿਆ, ਜਿਸ ਦੀ ਵਰਤੋਂ IDF ਜੈਟ ਅਤੇ ਇਜ਼ਰਾਈਲੀ ਖੇਤਰ ਵੱਲ ਗੋਲਾਬਾਰੀ ਕਰਨ ਲਈ ਕੀਤੀ ਗਈ ਸੀ। IDF ਨੇ ਕਿਹਾ ਕਿ ਇਹ ਹਮਲੇ ਪਿਛਲੇ ਕੁਝ ਦਿਨਾਂ ਦੌਰਾਨ ਹਮਾਸ ਦੀ ਸੁਰੱਖਿਆ ਉਲੰਘਣਾ ਦਾ ਜਵਾਬ ਹਨ। ਗਾਜ਼ਾ ਵਿੱਚ IDF ਦੇ ਹਮਲੇ ਤੋਂ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਸੀ ਕਿ ਇਜ਼ਰਾਈਲ ਸਾਡੇ ਦੁਸ਼ਮਣਾਂ ਨੂੰ ਮਾਰ ਦੇਵੇਗਾ ਅਤੇ ਉਹ ਹਰ ਹਮਲੇ ਦੀ ਕੀਮਤ ਚੁਕਾਉਣਗੇ। ਗੋਲਾਬਾਰੀ ਦਾ ਆਦਾਨ ਪ੍ਰਦਾਨ ਉਸ ਸਮੇਂ ਹੋਇਆ ਜਦੋਂ ਬੁੱਧਵਾਰ ਨੂੰ ਇਜ਼ਰਾਈਲ ਵਿੱਚ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਅਲ ਅਕਸਾ ਮਸਜਿਦ ਦੇ ਇਜ਼ਰਾਈਲੀ ਪੁਲਿਸ ਦੇ ਛਾਪਿਆਂ ਨੂੰ ਲੈ ਕੇ ਪੂਰੇ ਖੇਤਰ ਵਿੱਚ ਗੁੱਸਾ ਭੜਕਿਆ, ਜਿਸ ਨੇ ਅਰਬ ਅਤੇ ਮੁਸਲਿਮ ਸੰਸਾਰ ਦੁਆਰਾ ਵਿਆਪਕ ਨਿੰਦਾ ਕੀਤੀ ਅਤੇ ਗਾਜ਼ਾ ਤੋਂ ਜਵਾਬੀ ਰਾਕੇਟ ਫਾਇਰ ਨੂੰ ਭੜਕਾਇਆ। ਇਜ਼ਰਾਈਲ ਵਿੱਚ ਫਿਰ ਵੀਰਵਾਰ ਨੂੰ IDF ਨੇ ਕਿਹਾ ਕਿ 2006 ਵਿੱਚ ਦੋਵੇਂ ਦੇਸ਼ਾਂ ਵਿਚਕਾਰ ਲੜਾਈ ਤੋਂ ਬਾਅਦ ਇਸ ਤਰ੍ਹਾਂ ਦੇ ਸਭ ਤੋਂ ਵੱਡੇ ਹਮਲੇ ਵਿੱਚ ਲੈਬਨਾਨ ਤੋਂ ਇਜ਼ਰਾਈਲ ਵਿੱਚ ਲਗਭਗ 34 ਰਾਕੇਟ ਦਾਗੇ ਗਏ ਸਨ, ਜਿਸ ਵਿੱਚ ਲਗਭਗ 1200 ਲੈਬਨਾਨੀ ਲੋਕਾਂ ਅਤੇ 165 ਇਜ਼ਰਾਈਲੀ ਮਾਰੇ ਗਏ ਸਨ। ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਹਮਲੇ ਪਿੱਛੇ ਹਮਾਸ ਜਾਂ ਫਲਸਤੀਨੀ ਇਸਲਾਮਿਕ ਜਿਹਾਦ ਸਮੂਹ ਸੀ, ਹਿਜ਼ਬੁੱਲਾ ਨਹੀਂ। ਚੀਨੀ ਰਾਸ਼ਟਰਪਤੀ ਸ਼ੀ ਨੇ ਯੂਕਰੇਨ ਸ਼ਾਂਤੀ ਵਾਰਤਾ ਦੀ ਮੰਗ ਕੀਤੀ। ਚੀਨੀ ਨੇਤਾ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਯੂਕਰੇਨ ਤੇ ਸ਼ਾਂਤੀ ਵਾਰਤਾ ਲਈ ਬੁਲਾਇਆ, ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਰੂਸ ਨੂੰ ਹੋਸ਼ ਵਿੱਚ ਲਿਆਉਣ ਦੀ ਅਪੀਲ ਕੀਤੀ, ਪਰ ਸ਼ੀ ਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਬੀਜਿੰਗ ਵਲਾਦੀਮੀਰ ਪੁਤਿਨ ਤੇ ਕੂਟਨੀਤਕ ਭਾਈਵਾਲ ਵਜੋਂ ਸਮਝੌਤੇ ਲਈ ਦਬਾਅ ਪਾਉਣ ਲਈ ਆਪਣੇ ਲਾਭ ਦੀ ਵਰਤੋਂ ਕਰੇਗਾ। ਸ਼ੀ ਨੇ ਕੋਈ ਸੰਕੇਤ ਨਹੀਂ ਦਿੱਤਾ। ਚੀਨ, ਜਿਸ ਨੇ ਪਿਛਲੇ ਸਾਲ ਦੇ ਹਮਲੇ ਤੋਂ ਪਹਿਲਾਂ ਮਾਸਕੋ ਨਾਲ ਕੋਈ ਸੀਮਾ ਦੋਸਤੀ ਨਹੀਂ ਹੋਣ ਦਾ ਐਲਾਨ ਕੀਤਾ ਸੀ, ਉਸ ਨੇ ਫਰਵਰੀ ਵਿੱਚ ਸ਼ਾਂਤੀ ਵਾਰਤਾ ਲਈ ਬੁਲਾਉਣ ਤੋਂ ਬਾਅਦ ਆਪਣਾ ਰੁਖ ਬਦਲ ਲਿਆ ਸੀ। ਸ਼ੀ ਨੇ ਕਿਹਾ, ਸ਼ਾਂਤੀ ਵਾਰਤਾ ਜਿੰਨੀ ਜਲਦੀ ਹੋ ਸਕੇ ਮੁੜ ਸ਼ੁਰੂ ਹੋਣੀ ਚਾਹੀਦੀ ਹੈ। ਉਸ ਨੇ ਹੋਰ ਸਰਕਾਰਾਂ ਨੂੰ ਅਜਿਹਾ ਕੁਝ ਕਰਨ ਤੋਂ ਬਚਣ ਲਈ ਕਿਹਾ ਜੋ ਸੰਕਟ ਨੂੰ ਵਿਗਾੜ ਸਕਦਾ ਹੈ ਜਾਂ ਕਾਬੂ ਤੋਂ ਬਾਹਰ ਹੋ ਸਕਦਾ ਹੈ। ਬੀਜਿੰਗ, ਜੋ ਕਿ ਮਾਸਕੋ ਨੂੰ ਗਲੋਬਲ ਮਾਮਲਿਆਂ ਵਿੱਚ ਅਮਰੀਕੀ ਦਬਦਬੇ ਦਾ ਵਿਰੋਧ ਕਰਨ ਵਿੱਚ ਇੱਕ ਭਾਈਵਾਲ ਵਜੋਂ ਵੇਖਦਾ ਹੈ, ਇਸ ਸੰਘਰਸ਼ ਵਿੱਚ ਨਿਰਪੱਖ ਦਿਖਾਈ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਸਨੇ ਪੁਤਿਨ ਨੂੰ
ਕੂਟਨੀਤਕ ਸਮਰਥਨ ਦਿੱਤਾ ਹੈ ਅਤੇ ਫਰਵਰੀ 2022 ਦੇ ਹਮਲੇ ਲਈ ਰੂਸੀ ਤਰਕ ਨੂੰ ਦੁਹਰਾਇਆ ਹੈ। ਸ਼ੀ ਨੇ ਪਿਛਲੇ ਮਹੀਨੇ ਮਾਸਕੋ ਦਾ ਦੌਰਾ ਕਰਨ ਤੇ ਪੁਤਿਨ ਦਾ ਪ੍ਰਭਾਵਸ਼ਾਲੀ ਸਵਾਗਤ ਕੀਤਾ, ਜਿਸ ਨਾਲ ਅਲੱਗ-ਥਲੱਗ ਰੂਸੀ ਰਾਸ਼ਟਰਪਤੀ ਨੂੰ ਰਾਜਨੀਤਿਕ ਹੁਲਾਰਾ ਮਿਲਿਆ। ਉਹਨਾਂ ਨੇ ਆਪਣੇ ਆਪ ਨੂੰ ਕਿਹਾ, ਸਾਰੀਆਂ ਮਾਨਸਿਕਤਾਵਾਂ ਨੂੰ ਸੁਰੱਖਿਆ ਚਿੰਤਾਵਾਂ ਦੇ ਵਿਚਾਰ ਕਰਨਾ ਚਾਹੀਦਾ ਹੈ। ਪਹਿਲੀ ਵਾਰ ਮੈਕਰੋਨ ਨੇ ਸ਼ੀ ਨੂੰ ਕਿਹਾ ਕਿ ਰੂਸ ਨੂੰ ਹੋਸ਼ ਵਿੱਚ ਲਿਆਓ ਅਤੇ ਸ਼ਬਦ ਨੂੰ ਸ਼ਬਦ ਦੀ ਮੇਜ਼ ਤੇ ਉਲਟਾਓ। ਮੈਕਰੋਯੁਕਤ ਰਾਜ ਦੇ ਚਾਰਟਰ ਨੇ ਕਿਹਾ ਕਿ ਦੇਸ਼ ਨੇ ਜਵਾਬ ਦਿੱਤਾ ਹੈ, ਜਿਸ ਵਿੱਚ ਅਖੰਡਤਾ ਦਾ ਸੰਚਾਲਨ ਖੇਤਰ ਦੀ ਮੰਗ ਹੈ, ਕਿੰਤੂ ਪ੍ਰੰਤੂ ਕਰਨ ਲਈ ਬੇਲੌਸ ਇੱਕ ਪਰਮਾਣੂ ਬਿਆਨ ਵਿੱਚ ਪੋਸਟ ਕਰਕੇ ਯੋਜਨਾ ਦੀ ਘੋਸ਼ਣਾ ਕਰਨ ਦਾ ਦਬਾਅ ਸਮਝੌਤਾ ਅਤੇ ਸ਼ੀ ਦੀ ਪ੍ਰਤੀਨਿਧਤਾ ਸ਼ਕਤੀ ਪ੍ਰਦਾਨ ਕਰਦਾ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ, ਸਾਨੂੰ ਸਥਾਈ ਸ਼ਾਂਤੀ ਲੱਭਣ ਦੀ ਲੋੜ ਹੈ। ਮੇਰਾ ਮੰਨਣਾ ਇਹ ਹੈ ਕਿ ਚੀਨ ਲਈ ਵੀ ਇਹ ਮਹੱਤਵਪੂਰਨ ਮੁੱਦਾ ਹੈ। ਸਟੋਰਮੀ ਡੈਨੀਅਲਸ ਦਾ ਕਹਿਣਾ ਹੈ ਕਿ ਟਰੰਪ ਨੂੰ ਹਸ਼ ਮਨੀ ਮਾਮਲੇ ਵਿੱਚ ਜੇਲ੍ਹ ਨਹੀਂ ਜਾਣਾ ਚਾਹੀਦਾ। ਡੋਨਾਲਡ ਟਰੰਪ ਦੇ ਖਿਲਾਫ ਅਪਰਾਧਿਕ ਕੇਸ ਦੇ ਕੇਂਦਰ ਵਿੱਚ ਐਡਲਟ ਫਿਲਮ ਸਟਾਰ ਸਟੋਰਮੀ ਡੈਨੀਅਲਸ ਨੇ ਕਿਹਾ ਕਿ ਉਹ ਨਹੀਂ ਸੋਚਦੀ ਕਿ ਸਾਬਕਾ ਰਾਸ਼ਟਰਪਤੀ ਨੂੰ ਜੇਲ੍ਹ ਵਿੱਚ ਜਾਣਾ ਚਾਹੀਦਾ ਹੈ, ਜੇਕਰ ਉਸ ਨੂੰ ਕਿਤੇ ਹਸ਼ ਪੈਸੇ ਦੇ ਭੁਗਤਾਨ ਨੂੰ ਛੁਪਾਉਣ ਦਾ ਦੋਸ਼ੀ ਪਾਇਆ। ਮੈਨੂੰ ਨਹੀਂ ਲੱਗਦਾ ਕਿ ਮੇਰੇ ਵਿਰੁੱਧ ਉਸਦੇ ਜੁਰਮ ਕੈਦ ਦੇ ਯੋਗ ਹਨ। ਟਰੰਪ ਤੇ ਮੰਗਲਵਾਰ ਨੂੰ ਨਿਊਯਾਰਕ ਵਿੱਚ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਬਣਾਉਣ ਦੇ 34 ਸੰਗੀਨ ਦੋਸ਼ਾਂ ਦਾ ਦੋਸ਼ ਲਗਾਇਆ ਗਿਆ ਸੀ, ਕਿਉਂਕਿ ਉਸਨੇ 2016 ਦੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਡੈਨੀਅਲਸ ਅਤੇ ਸਾਬਕਾ ਪਲੇਬॉय ਮਾਡਲ ਕੈਰਨ ਮੈਕਡੋਗਲ ਨੂੰ ਆਪਣੇ ਨਾਲ ਆਪਣੀ ਕਥਿਤ ਜਿਨਸੀ ਮੁਕਾਬਲਿਆਂ ਦੇ ਪ੍ਰਕਾਸ਼ਨ ਨੂੰ ਦਬਾਉਣ ਲਈ ਹਸ਼ ਪੈਸੇ ਦੀ ਅਦਾਇਗੀ ਕੀਤੀ ਸੀ। ਟਰੰਪ ਨੂੰ 2020 ਦੀਆਂ ਚੋਣਾਂ ਵਿੱਚ ਆਪਣੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਅਤੇ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਗਲਤ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਨ ਲਈ ਅਤੇ ਜਾਰਜੀਆ ਵਿੱਚ ਉਸ ਰਾਜ ਵਿੱਚ ਆਪਣੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਬਾਰੇ ਇੱਕ ਵੱਖਰੀ ਅਪਰਾਧਕ ਜਾਂਚ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨਹਟਨ ਵਿੱਚ ਵਕੀਲਾਂ ਨੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਬੈਠੇ ਜਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਆਪਣੀ 2016 ਦੀ ਸਫਲ ਮੁਹਿੰਮ ਦੌਰਾਨ ਚੋਣ ਕਾਨੂੰਨੀ ਦੀ ਉਲੰਘਣਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਟਰੰਪ 2024 ਵਿੱਚ ਰਿਪਬਲਿਕਨ ਨਾਮਜ਼ਦਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਉਹਨਾਂ ਕਿਹਾ ਕਿ ਡੈਨੀਅਲਸ ਨਾਲ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ, ਪਰ ਭੁਗਤਾਨ ਨੂੰ ਸਵੀਕਾਰ ਕੀਤਾ ਹੈ। ਟਰੰਪ 2024 ਵਿੱਚ ਰਿਪਬਲਿਕਨ ਨਾਮਜ਼ਦਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਡੈਨੀਅਲਸ ਨਾਲ ਸੰਬੰਧ ਹੋਣ ਤੋਂ ਉਹਨਾਂ ਨੇ ਇਨਕਾਰ ਕੀਤਾ ਹੈ, ਪਰ ਭੁਗਤਾਨ ਨੂੰ ਸਵੀਕਾਰ ਕੀਤਾ ਹੈ। ਇਸ ਕੇਸ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਤੈਅ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਮੁਕੱਦਮੇ ਦੀ ਸੁਣਵਾਈ 1 ਸਾਲ ਤੱਕ ਵੀ ਨਹੀਂ ਚੱਲ ਸਕਦੀ ਅਤੇ ਇਹ ਦੋਸ਼ ਵੀ ਕਾਨੂੰਨੀ ਤੌਰ ਤੇ ਟਰੰਪ ਨੂੰ ਰਾਸ਼ਟਰਪਤੀ ਚੋਣ ਲੜਨ ਤੋਂ ਨਹੀਂ ਰੋਕ ਸਕਦੇ। ਡੈਨੀਅਲਸ ਨੇ ਮੋਰਗਨ ਨੂੰ ਕਿਹਾ ਕਿ ਜੇਕਰ ਕੇਸ ਮੁਕੱਦਮੇ ਵਿੱਚ ਜਾਂਦਾ ਹੈ ਤਾਂ ਉਹ ਗਵਾਹੀ ਦੇਣਾ ਚਾਹੇਗੀ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਮੈਂ ਇਕੱਲੀ ਹਾਂ, ਜੋ ਬੋਲ ਰਹੀ ਹਾਂ ਮੈਂ ਸੱਚ ਬੋਲ ਰਹੀ ਹਾਂ। ਧੰਨਵਾਦ। ਕੱਲ ਇਸੇ ਤਰ੍ਹਾਂ ਤੁਹਾਡੇ ਨਾਲ ਕੁਝ ਨਵੀਆਂ ਅੰਤਰਰਾਸ਼ਟਰੀ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਜੁੜੇ ਰਹੋ ਪੰਜਾਬ ਹੈਰੀਟੇਜ ਨਾਲ।